ਸਾਡੇ ਸਮਝਣੇ वाली ਸਾਡੇ करने वाली गल है। वो बॉटम लाइन यही आ भी बहुते उबाले विच ना होया करिए, सोच के चलीए। ठीक है, ये जिहड़े लोग सानू गुरुद्वारे दीयां स्टेजां तो खड़ खड़ के सिक्ख्या दिंदे आ, ठीक है, ये सानू ही भड़काउंदे आ, ये सानू ही कहंदे आ भी आ कर्म करो धर्म दा, तुहानू पुलिस तो असीं छड़ा लवांगे। जे इन्हां नूं पुछो भी नियाणे तां तुहाडे भी जवान आ भाई, ये जिहड़ा सोधा लाने वाला काम आ, ये जिहड़ा पंथक रवैतां अनुसार फैसले करने वाला सजावां देने वाला काम आ, तुहाडे नियाणे क्यों नहीं करदे? कहंदे नहीं नहीं, उहनूं कौंसलर लई खड़ा करना, मोरो कौंसल दीयां चोणां आईयां, उहनूं अपना मुंडा उत्थे खड़ा करना मैं। इस करके केयरफुल रहो। ठीक है, कैश पैसा बथेरे लोकां कोल आ, ठीक है, जिन्हों वाइट मनी करन दी लोड़ आ, वो 10-10 हज़ार चक के अगला कोई भी फड़ा दूगा। ठीक है, वो तुहानूं दे दोगे, जमानतां ते जाओगे, नारे ला दोगे, उहदे उत्ते मुजाहरे कर लोगे, मिनिस्टरां नूं मिल लोगे। मुੱਢ कदीम तो हुंदा ही आया, पुजारी ते जिहड़ा पॉलिटिशियन आ ਉਹ रल के ये धंधा करते आए आ। सोच समझ के जिहड़े रेडियो सुनते आ, जिहड़े साडे ते भरोसा करना चाहुंदे आ, उन्हां लई एक आ, जिहड़े नहीं भी, जिहड़े टकसाली जां अखंड कीर्तनी जथा जिहड़ी परंपरावादी सोच है, जिहड़े उहनूं भी लैके चलदे, उहनां नूं भी बेनती आ भाई, जे ये गल नाल सहमत हो सको, किसी नूं कहो ना, आप हसबैंड वाइफ इदां बैठ के बच्चियां दे नाल बैठ के आप विचारिओ कि की खट्टिया सी इहदे विचों। जे दुनिया दे उत्ते 50 जिन्हां इहनूं भैड़े तो भैड़े कहंदे आ, तुसीं उहनां नूं भी कतल कर दवो, उहदे बावजूद भी जिहड़ी जदों ना पिछे असीं कहने भी देखो जी असीं मस्से रंगण नूं सोधा लाया, ਸਿੰਘਾਂ ने इंदिरा गांधी नूं लाया, वैद्या नूं लाया। भाई पहले समय जो होया वो रोजी रोटी ले होया होगा, पर डेमोक्रेसी जो कुछ हो रहा है वो सरकारां दी मिली भुगतना हो रहा है। ਜਿਹੜੀਆਂ ਇੰਡੀਆ ਦੀਆਂ ਪੰਜਾਬ ਦੀਆਂ ਗੱਲਾਂ ਕਰਦੀਆਂ, ਜਾਂ ਬੇਅੰਤ ਸਿੰਘ ਦਾ ਕਤਲ ਹੋਇਆ, ਇਦਾਂ ਨਹੀਂ ਹੈਗਾ ਵੀ ਜਾ ਕੇ ਕਿਸੇ ਨੇ ਸ਼ਰੀਰ ਨਾਲ ਬੰਬ ਬੰਨਿਆ ਤਾਂ ਜਾ ਕੇ ਮਾਰ ਦਿੱਤਾ, ਨਾ 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 ਨਾ, ਉਹ ਜਿਹਨੇ ਕਰਵਾਇਆ ਉਹਨੇ ਕਰਵਾਇਆ। ਜੇ ਇਦਾਂ ਨਾ ਹੁੰਦੀ ਤੇ ਉਹ ਬੰਦਿਆਂ ਨੂੰ ਸੁਰੱਖਿਆ ਨਾ ਮਿਲਦੀ। ਇੰਦਰਾ ਗਾਂधी ਵਾਕਿਆ ਹੀ ਜੇ ਕਿਸੇ ਧਰਮ ਤੋਂ ਦੁਖੀ ਹੋਏ ਬੰਦੇ ਨੇ ਗੁੱਸੇ ਵਿੱਚ ਆ ਕੇ ਜਾ ਕੇ ਉਹ ਪ੍ਰਧਾਨ ਮੰਤਰੀ ਦਾ ਕਤਲ ਕੀਤਾ ਹੁੰਦਾ ਤੇ ਉਹਨਾਂ ਦੇ ਟੱਬਰ ਅੱਜ ਅਰਬਾਂਪਤੀ ਨਾ ਹੁੰਦੇ। ਕਿਸੇ ਨੇ ਹਵਾ ਵੱਲ ਨੂੰ ਨਹੀਂ ਦੇਖਿਆ, ਉਹਨਾਂ ਦੀ ਵੱਲ ਨੂੰ। ਬੇਅੰਤ ਸਿੰਘ ਬਾਰੇ ਵੀ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਬਹਿੰਦੀ ਸੀ ਜਿਹਦਾ ਕਤਲ ਹੋਇਆ, ਜਿੱਥੇ ਉਸ ਵੇਲੇ ਪ੍ਰੈਜ਼ੀਡੈਂਟ ਦੀ ਗੱਡੀਆਂ ਦੇ ਉੱਤੇ ਵੀ ਲੋਕਾਂ ਨੇ ਪੱਥਰ ਮਾਰ ਮਾਰ ਬੁਰਾ ਹਾਲ ਕਰ ਦਿੱਤਾ। ਉਸੇ ਪਾਰਲੀਮੈਂਟ 'ਚ ਉਹ ਬੇਅੰਤ ਸਿੰਘ ਦੀ ਤੀਵੀਂ ਵੀ MP ਬਣ ਕੇ ਗਈ ਤੇ ਉਹਦਾ ਪਿਓ ਵੀ ਗਿਆ। ਕਦੇ ਨਹੀਂ ਕਿਸੇ ਨੇ ਸੁਣਿਆ ਵੀ ਦਿੱਲੀ ਰਾਹ ਰੋਕ ਲਿਆ ਹੋਵੇ ਕਿਸੇ ਨੇ। ਕੀ ਗੱਲ ਇੰਨੀ ਛੇਤੀ ਲੋਕਾਂ ਨੂੰ ਅਕਲ ਆ ਗਈ ਉੱਥੇ? ਇਹਦਾ 2-3 ਸਾਲਾਂ ਦੇ ਵਿੱਚ ਜੂਨੇ ਪਲਟ ਗਏ, ਉਹਨਾਂ ਦੀ ਪੀੜੀ ਖਤਮ ਹੋ ਗਈ। ਉਹ ਜਿਹੜੇ 20-30 ਹਜ਼ਾਰ ਕਤਲ ਕੀਤਾ ਸੀ ਉਸ ਵੇਲੇ, ਨਹੀਂ, ਉਹ ਇੱਕ ਇਸ਼ਾਰਾ ਸੀ। ਕੁਕੜੀਆਂ ਹੁੰਦੀਆਂ ਨਾ ਖੁੱਡੇ ਚ, ਨਾ ਉਹ ਖੋਲਿਆ ਗਿਆ ਢੱਕਣ, ਅਗਲਿਆਂ ਨੇ ਕਰ ਦਿੱਤਾ, ਉਧਰੋਂ ਇਸ਼ਾਰਾ ਹੋਇਆ ਵੀ ਬਸ ਖਤਮ ਹੋ ਗਈ ਕਹਾਣੀ, ਖਤਮ ਹੋ ਗਈ। ਇਸ ਕਰਕੇ ਸੋਚ ਸਮਝ ਕੇ ਸੰਭਲ ਕੇ ਬੱਚਿਆਂ ਦਾ ਭਵਿੱਖ ਦੇਖੋ, ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਆ ਗਏ। ਸਵਰਗ ਵਰਗੇ ਮੁਲਕ ਆ ਭਾਈ, ਇੰਨੀ ਸੋਹਣੀ ਸਿੱਖਿਆ ਦੇ ਰਿਹਾ ਸਕੂਲ ਸਾਨੂੰ, ਡਾਕਟਰੀ ਸਹਾਇਤਾ ਹਸਪਤਾਲਾਂ ਦੇ ਅੰਦਰੋਂ, ਔਰ ਬੱਚਿਆਂ ਦੇ ਕੋਲ ਭਵਿੱਖ। ਜਿਹੜੇ ਬੱਚੇ ਇਹਨਾਂ ਮੁਲਕਾਂ 'ਚ ਜੰਮਦੇ ਆ, ਜਦੋਂ ਵੱਡੇ ਹੋਣਗੇ ਕੀ ਯਾਦ ਕਰਨਗੇ? ਉਹ ਸਾਡੇ ਘਰ ਨਹੀਂ ਯਾਦ ਰਹਿਣੇ। ਦੇਖੋ ਸਾਡੇ ਮਾਪਿਆਂ ਨੇ ਪੰਜਾਬ ਦੇ ਅੰਦਰ ਖਾਸ ਕਰਕੇ ਜ਼ਿਮੀਂਦਾਰ ਤਬਕਾ ਜਿਹੜਾ ਕਿੰਨੇ ਮਾਣ ਨਾਲ ਕਹਿੰਦਾ ਵੀ ਅਸੀਂ ਜੱਟ ਹੁੰਨੇ ਆ, ਅਸੀਂ ਇਹ ਹੁੰਨੇ ਆ, ਪੰਜਾਬੀ ਹੁੰਨੇ ਆ, ਪਰ ਪੰਜਾਬ 'ਚ ਰਹਿ ਕਾਤੇ ਨਹੀਂ ਸਕੇ। ਜਿਨ੍ਹਾਂ ਦੇ 50-50 ਏਕੜ ਜ਼ਮੀਨ ਆ ਜਿਨ੍ਹਾਂ ਦੇ ਕੋਲ, ਉਹ ਵੀ ਲੋਕ ਉੱਥੇ ਰਹਿ ਨਹੀਂ ਸਕੇ। ਕਾਰਨ ਕੀ ਹੋਇਆ? ਸਾਡੇ ਵੱਡਿਆਂ ਨੇ ਪ੍ਰਾਪਰਟੀ ਤਾਂ ਬਣਾ ਲਈ, ਸ਼ਾਇਦ ਪੋਲੀਟੀਕਲ ਤੌਰ ਤੇ ਥਾਵਾਂ ਵੀ ਬਣਾ ਲਈਆਂ, ਸ਼ਾਇਦ ਪੁਲਿਸ ਦੀਆਂ ਨੌਕਰੀਆਂ, ਮਿਲਟਰੀ ਦੀਆਂ ਨੌਕਰੀਆਂ ਵੀ ਕਰ ਲਈਆਂ, ਪਰ ਜਿਹੜਾ ਉੱਥੇ ਦਾ ਸਮਾਜ ਆ, ਜਿਹੜਾ ਸਿਸਟਮ ਆ, ਉਹਨੂੰ ਸੋਹਣਾ ਬਣਾਉਣ ਲਈ ਕੋਈ ਸਟੈਪ ਨਹੀਂ ਚੱਕਿਆ, ਜਿਸ ਕਰਕੇ ਸਾਨੂੰ ਉਹ ਮੁਲਕ ਛੱਡ ਕੇ ਇਹਨਾਂ ਮੁਲਕਾਂ 'ਚ ਆਉਣਾ ਪਿਆ।
ਅੱਜ ਜਿਹੜੀ ਗਲਤੀ ਸਾਡੀ ਪਹਿਲੀ ਪੀੜ੍ਹੀ ਨੇ ਪੰਜਾਬ ਦੇ ਵਿੱਚ ਕੀਤੀ ਆ ਉਹੀ ਨਾ ਕਰੀ ਜਾਇਓ ਕਿਤੇ। ਕੋਸ਼ਿਸ਼ ਕਰਿਓ ਜਦੋਂ ਤੁਹਾਡੇ ਬੱਚੇ ਵੱਡੇ ਹੋਣ, ਜਦੋਂ ਸਾਡੇ ਬੱਚੇ ਵੱਡੇ ਹੋਣ, ਉਹਨਾਂ ਦੇ ਸਾਹਮਣੇ ਖੜ ਕੇ ਇਦਾਂ ਸਾਹਮਣੇ ਜੇ ਪ੍ਰੈਕਟਿਸ ਕਰਨੀ ਆ ਤੇ ਹੁਣ ਵੀ ਸ਼ੀਸ਼ੇ ਮੂਹਰੇ ਖੜ ਕੇ ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਪ੍ਰੈਕਟਿਸ ਕਰਿਓ ਇਹ ਕਹਿਣ ਦੀ ਇਦਾਂ ਵੀ ਮੈਂ ਆਉਣ ਵਾਲੀ ਪੀੜ੍ਹੀ ਲਈ ਇਸ ਸਮਾਜ ਨੂੰ ਸੋਹਣਾ ਬਣਾਉਣ ਵਾਸਤੇ ਕੀ ਕੀਤਾ। ਇਸ ਸਮਾਜ ਦੇ ਵਿੱਚ, ਇਹ ਧਰਤੀ ਦੇ ਉੱਤੇ ਉਹ ਕਿਹੜੀ ਮੁਸ਼ਕਲ ਆ ਜਿਹਨੂੰ ਇਹ ਨਾ ਕਿਹੋ ਵੀ ਫਲਾਨੇ ਦੇ ਕੋਲ 3 ਘਰ ਆ ਤਾਂ ਮੈਂ 17 ਘਰ ਬਣਾਤੇ ਮੁੰਡੇ ਦੇ ਲਈ। ਜੇ ਅਸੀਂ ਆਪਣੇ ਮਾਪਿਆਂ ਦੀ ਬਣਾਈ ਹੋਈ ਪ੍ਰਾਪਰਟੀ ਦੇ ਉੱਤੇ ਨਹੀਂ ਰਹੇ ਤੇ ਜ਼ਰੂਰੀ ਨਹੀਂ ਹੈਗਾ ਬੱਚੇ ਇੱਥੇ ਰਹਿਣ। ਜਿਹੜੀਆਂ ਸਾਡੀ ਸੁਸਾਇਟੀ ਦੀਆਂ, ਸਾਡੇ ਸਮਾਜ ਦੀਆਂ ਪਰੰਪਰਾਵਾਦੀ ਸੋਚ ਦੀਆਂ ਪ੍ਰੋਬਲਮਾਂ ਆ, ਉਹਨਾਂ ਨੂੰ ਹੱਲ ਕਰਨ ਦੇ ਲਈ ਮੈਂ ਕੀ ਕੀਤਾ। ਇੰਨੀ ਤਿਆਰੀ ਹੋਣੀ ਚਾਹੀਦੀ ਆ ਕਿ ਜਦੋਂ ਸਾਡਾ ਬੱਚਾ ਵੱਡਾ ਹੋਵੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਇਹ ਕਹਿ ਸਕੀਏ, ਉਹਦੇ ਅੰਦਰ ਇੱਕ ਫੀਲਿੰਗ ਬਣੇ, ਇੱਕ ਅਹਿਸਾਸ ਹੋਵੇ। ਉਹ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ। ਪਤਾ ਨਹੀਂ ਹੈਗਾ ਇਹਨੂੰ ਦੇਖੋ, ਗੁਰਬਾਣੀ ਦੇ ਵਿੱਚ ਪੰਕਤੀਆਂ ਹੋਰ ਤਰ੍ਹਾਂ ਆਉਣੀਆਂ, ਸਾਡਾ ਸਮਾਜ ਦਾ ਵਿਸ਼ਵਾਸ ਹੋਰ ਤਰ੍ਹਾਂ ਦਾ ਆ ਵੀ ਪਤਾ ਨਹੀਂ ਜੀ ਕਿਹੜੇ ਵੇਲੇ ਨੂੰ ਚੱਕ ਲੈਣਾ। ਇਹ ਗੱਲ ਨਹੀਂ ਹੈਗੀ, ਪਰ ਫਿਰ ਵੀ ਇਹ ਸੱਚਾਈ ਆ। ਇਹ ਜਿਹੜਾ ਸਰੀਰ ਆ, ਜਿਹੜੀ ਮਸ਼ੀਨ ਆ, ਇਹਦਾ ਕੋਈ ਨਹੀਂ ਪਤਾ। 20 ਸੈਕਿੰਡ ਦੇ ਵਿੱਚ ਸਰੀਰ ਦੇ ਵਿੱਚ ਜਿਹੜਾ ਲਹੂ ਆ ਪੂਰੇ ਸਰੀਰ ਦਾ ਦੌਰਾ ਕਰਕੇ ਲੰਘਦਾ। ਕਿੱਦਾਂ ਕਿੰਨੀ ਛੇਤੀ ਉਹ ਆਕਸੀਜਨ ਛੱਡ ਕੇ ਆਉਂਦਾ, ਕਿੱਦਾਂ ਉੱਥੋਂ ਕਾਰਬਨ ਡਾਈਆਕਸਾਈਡ ਨੂੰ ਚੱਕ ਕੇ ਇਕੱਠੀ ਕਰਕੇ ਲਿਆਉਂਦਾ, ਅੰਦਰ ਖਿੱਚਦੇ ਆ, ਅਸੀਂ ਬਾਹਰ ਜਾਂਦੇ ਆ। ਇੰਨਾ ਸਾਰਾ ਕੁਛ ਇੰਨਾ ਸੈਂਸਿਟਿਵ ਆ ਨਾ ਬਹੀਨ ਆ। ਬਸ ਏਦਾਂ ਮਾੜੀ ਜਿਹੀ ਗੱਲ ਆ, ਛੋਟੀ ਜਿਹੀ ਕਿਤੋਂ ਇੰਨੀ ਕੁ ਕੁਤਾਹੀ ਹੋਈ ਨਾ ਤਾਂ ਬਸ ਗਏ। ਕਿੰਨੇ ਕਿੰਨੇ ਘੰਟੇ ਇਕੱਲੇ ਹੁੰਦੇ ਅਸੀਂ। 20 ਜਾਨੀ 1.5 ਮਿੰਟ 2 ਮਿੰਟ ਦੀ ਹਰੇਕ ਆਰਗਨ ਦੀ ਉਮਰ ਆ ਇੰਟਰਨੈਟ ਤੇ ਪਈ ਹੋਣੀ ਆ ਤੇ ਹਿਊਮਨ ਜਿਹੜਾ ਬੰਦੇ ਦਾ ਲਿਵਰ ਆ ਕਿੰਨਾ ਚਿਰ ਰਹਿ ਲੈਂਦਾ, ਦਿਲ ਕਿੰਨਾ ਚਿਰ ਰਹਿ ਲੈਂਦਾ, ਦਿਮਾਗ ਕਿੰਨਾ ਚਿਰ ਆਕਸੀਜਨ ਤੋਂ ਬਿਨਾਂ। ਜ਼ਿੰਦਗੀ ਦੇ ਵਿੱਚ ਆਮ ਹਫ਼ਤੇ ਦੇ ਵਿੱਚ 1-1 2-2 ਵਾਰੀ ਇਹ ਸਾਰਿਆਂ ਦਾ ਚਾਂਸ ਹੁੰਦਾ ਹੋਣਾ ਵੀ 3 ਘੰਟੇ ਡਰਾਈਵ ਕੀਤੀ ਇਕੱਲਿਆਂ ਨਹੀਂ, ਕੋਈ ਵੀ ਨਹੀਂ ਨੇੜੇ। ਸੌਣ ਲੱਗੇ ਆ ਜਾਂ ਘਰੇ ਪਰਿਵਾਰ ਚਲਾ ਗਿਆ, ਘਰ ਨੂੰ ਸਾਰੀ ਦਿਹਾੜੀ ਇਕੱਲੇ ਹੀ ਆ। ਸੌਣ ਲੱਗਾ ਬੰਦਾ ਕਮਰੇ 'ਚ ਇਕੱਲਾ ਹੀ ਆ। ਪਤਾ ਨਹੀਂ ਹੈਗਾ। ਇਸ ਕਰਕੇ ਸਾਡੀ ਚੰਗਾ ਹੁੰਦਾ ਜੇ ਸਾਡੀ ਪਹਿਲੀ ਪੀੜ੍ਹੀ ਨੇ, ਜਿੱਦਾਂ ਅਸੀਂ ਗੱਲ ਕਹਿੰਦੇ ਵੀ ਗੁਰਦੁਆਰਾ ਸੁਧਾਰ ਲਹਿਰ ਵੇਲੇ ਇਹ ਕਹਿਣ ਦੀ ਬਜਾਏ ਵੀ ਗੁਰਦੁਆਰੇ ਯਾਦ ਕਰਾਉਣੇ ਆ, ਸਾਡੇ ਵਡੇਰਿਆਂ ਨੇ ਇਹ ਸਟੈਂਡ ਲਿਆ ਹੁੰਦਾ ਵੀ ਨਾ ਭਾਈ ਸਾਡੇ ਨਹੀਂ, ਇਹ ਤਾਂ ਉਹਨਾਂ ਦਾ ਕਬਜ਼ਾ ਆ। ਗੁਰੂ ਅੰਗਦ ਦੇਵ ਜੀ ਨੂੰ ਜਾਂ ਉਸ ਸਿੱਖਾਂ ਨੂੰ ਉਸ ਵੇਲੇ ਇਸ ਗੱਲੋਂ ਦੁੱਖ ਥੋੜ੍ਹਾ ਹੋਇਆ ਸੀ ਵੀ ਹੱਦ ਹੋ ਗਈ ਯਾਰ, ਇੱਥੇ ਗੁਰੂ ਨਾਨਕ ਦੇਵ ਜੀ ਨੇ ਵਸਾਇਆ, ਸਾਰਾ ਕੁਛ ਆਪ ਕੀਤਾ, ਕਿ 6ਵੇਂ ਪਾਤਸ਼ਾਹ ਤੋਂ ਬਾਅਦ ਸਿੱਖ ਤਕਲੀਫ ਵਿੱਚ ਆਏ ਹੋਣਗੇ ਤੇ 3ਜੇ ਪਾਤਸ਼ਾਹ ਨੇ ਜ਼ਮੀਨ ਖਰੀਦੀ ਹੈ, 4ਥੇ ਪਾਤਸ਼ਾਹ ਨੇ ਸ਼ਹਿਰ ਵਸਾਇਆ ਹੈ, 5ਵੇਂ ਪਾਤਸ਼ਾਹ ਨੇ ਦਰਬਾਰ ਸਾਹਿਬ ਬਣਾਇਆ, ਤੇ ਇਦਾਂ ਕਿੱਦਾਂ ਬਰਦਾਸ਼ਤ ਕਰ ਲਈਏ ਕੋਈ ਹੋਰ ਕਬਜ਼ਾ ਕਰ ਲਵੇ। ਏਦਾਂ ਥੋੜ੍ਹਾ ਹੋਈ ਹੈ। ਹੁਣ 100 ਸਾਲ ਪਹਿਲਾਂ ਸਾਡਿਆਂ ਨੂੰ ਕੀ ਹੋ ਗਈ ਵੀ ਭਮਾਗ ਲਾ ਦੇਵੇ, ਅਗਲਾ ਜਾਲ ਦੇਵੇ ਵੀ ਅਸੀਂ ਯਾਦ ਕਰਾਉਣਾ ਇਹਨੂੰ। ਬਸ ਉੱਥੋਂ ਹੀ ਬੇੜਾ ਬੈਠਾ ਸਾਡਾ। ਉਹ ਤੋਂ ਬਾਅਦ ਸੋਚੇ ਹੀ ਨਹੀਂ ਸਕੇ ਤੇ ਉਹ ਛਾਤਰ ਨੇ ਸਾਨੂੰ ਲਿਆ ਕੇ ਰਸਤਾ ਲਿਆਓ, ਲੰਗਰ ਬਣਾਓ, ਛਕਾਓ, ਧੋਵੋ ਭਾਂਡੇ, ਸਾਰਾ ਦਿਨ ਥੱਕ ਕੇ ਹਾਰ ਕੇ ਟੁੱਟ ਕੇ, ਜਿੰਨੇ ਪੈਸੇ ਏਦਾਂ ਇੱਕ ਟੁਕੜਾ ਆਜ਼ਾਦ ਹੁੰਦਾ, ਏਦਾਂ ਫ੍ਰੀ ਹੁੰਦਾ ਕਰਜ਼ੇ ਤੋਂ, ਇੱਕ ਟੁਕੜਾ ਹੋਰ ਨਾਲ, ਇੱਕ ਹੋਰ ਦਿਓ ਪੈਸੇ, ਹੋਰ ਦਿਓ ਪੈਸੇ, ਜਨਮ ਸਫਲਾ ਹੋਊ ਤੁਹਾਡਾ। ਠੀਕ ਆ, ਜੇ ਸਮਾਜ ਦੇ ਸੁਸਾਇਟੀ ਦੇ ਭਲੇ ਲਈ ਕੁਝ ਸੋਚ ਰਹੇ ਆ, ਠੀਕ ਆ। ਜੇ ਜ਼ਹਿਰ ਦਿੱਤੀ ਜਾ ਰਹੀ ਆ, ਖਿਆਲ ਰੱਖਿਓ, ਚੱਕੀ ਆ ਪੁੜ ਚੱਲਦਾ। ਜਿਹੜੇ ਲੀਡਰ ਆ
मैं तो हमेशा कहना हुंदा पता नहीं भाई, किली फड़ के बैठे रहो। जे एक बारी बच गए आ, 2 बारी बच गए आ, किते सूत आ गया इदां, उन्होंने अपनी लियाकत ना समझ लियो। अचानक हो गया, हो अचानक वापर गया इदां। ठीक है, पुलिस वाले ने गल सुन ली, वकील चंगा मिल गया, ठीक है, मिनिस्टर सरकार नूं वोटां चाहीदियां सी, सारे जसिंडांग नहीं होने पे इदां भी काल पई उन्हां नूं, होशा पणिया भी किसे तरह वोटां बणियां रहण। इदां जे कोई सियाणा कॉन्फिडेंस वाला आ गया फिर इदां नहीं होना पे इदां तुहाडे कैमरिਆਂ ਦੇ ਅੱਗੇ इदां नचदा फिरूगा। हर बार नहीं चलदा हुंदा, बस इक्को बार एक मौका चाहिए। ਜਿਹੜੇ ਕੀਲੀ ਦੇ ਦੁਆਲੇ ਲੱਗੇ ਹੁੰਦੇ ਆ, ਚੱਕੀ ਇੱਕ ਵਾਰੀ ਫਿਰਿਆ, 2 ਵਾਰੀ ਫਿਰਿਆ, ਮਤਲਬ 100 ਗੇੜੇ ਆ ਗਏ, ਬਚਿਆ ਰਿਹਾ। ਜਦੋਂ ਏਦਾਂ ਤਿਲਕ ਕੇ ਥੱਲੇ ਚਲਾ ਗਿਆ ਫੇਰ ਥੋੜੀ ਹੋਣਾ ਵੀ ਹੁਣ ਹੋਰ ਮੌਕਾ ਮਿਲੇ, ਫੇਰ ਤੜਿਆ ਜਾਣਾ। ਫੇਰ ਤਾਂ ਉਦੋਂ ਪਤਾ ਲੱਗਣਾ ਜਦੋਂ ਚੱਠੂ ਦੇ ਵਿੱਚ ਗਿਆ, ਔਰ ਜਾਂਦੇ ਨੂੰ ਕਿੰਨੇ ਗੇੜੇ ਆਉਣੇ ਆ, ਜਾਣੀ ਉੱਥੇ ਕਿਸੇ ਨੇ ਨਹੀਂ ਪੁੱਛਣਾ, गिणिया जाना जो वो फिर पिछोकड़ गिणिया जाना फिर की खादा, किन्नियां स्पॉन्सरां बेचियां, किन्ने बंदे सदे आ, माड़ा जिहा डिगण दी डेरिया, इदां माड़ा जिहा तिलकण दी डेरिया, किन्ने उठ खड़ने आ ना। ये भाजी इन्ना परेशान किया सानू तां इहने। इदां होया पहलां साडी कुड़ी दा रिश्ता कहंदा इत्थे करो, फिर भाणजी दा साडी दा कहंदा इत्थे करो। एक स्पॉन्सर क्या कर दित्ती, बड़ा लुटिया 15 साल, बड़े तंग रहे असीं। हौली हौली चलियो।